मेरी ड्यूटी बहुत सख्त आ, निगरानी बहुत वड्डी आ। इत्थे कैदी बड़े खतरनाक ਜਿਹੜੇ ਵੱਖ-ਵੱਖ ਇਲਾਕਿਆਂ ਦੇ ਰਾਜੇ ਕੈਦ ਆ। ਬਾਦਸ਼ਾਹ ਨੇ ਉਹਨਾਂ ਦੀ ਨਿਗਰਾਨੀ ਵਾਸਤੇ ਡਿਊਟੀ ਲਾਈ ਆ। ਮੈਂ ਤੁਹਾਡੇ ਕੋਲ ਚੱਲ ਕੇ ਆ ਨਹੀਂ ਸੀ ਸਕਦਾ, ਮੇਰੀ ਮਜਬੂਰੀ ਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖੋ, ਉਸ ਜਿਹੜਾ ਕੋਈ ਵੀ ਭਾਵੇਂ ਕੋਈ ਸਰਵਿਸ ਕਰਦਾ ਹੈ, ਭਾਵੇਂ ਕੋਈ ਕਾਰੋਬਾਰ ਕਰਦਾ ਹੈ ਅਤੇ ਭਾਵੇਂ ਕੋਈ ਮੰਗਤਾ ਹੈ, ਜਿਹੜਾ ਵੀ ਪਿਆਰ ਦੇ ਨਾਲ ਸਤਿਗੁਰਾਂ ਨੂੰ ਯਾਦ ਕਰਦਾ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਬਿਰਧ ਆ। ਸੱਚੇ ਪਾਤਸ਼ਾਹ ਜੀ ਆਪ ਚੱਲ ਕੇ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੀ ਬਿੱਧ ਬਣਾਉਂਦੇ ਆ। ਜਦੋਂ ਆਪਾਂ 10 ਗੁਰੂ ਸਾਹਿਬਾਨ ਜੀ ਦਾ ਗੁਰ ਇਤਿਹਾਸ ਪੜ੍ਹਦੇ ਹਾਂ ਅਤੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਗ੍ਰਿਫਤਾਰ ਹੋਣ ਵਾਸਤੇ ਜਾਂਦੇ ਨੇ, ਅਤੇ ਅਯਾਲੀ ਜਿਹੜਾ ਭੇਡਾਂ ਚਾਰਨ ਵਾਲਾ ਉਹ ਵੀ ਅਰਦਾਸ ਕਰਦਾ ਹੁੰਦਾ ਸੀ, ਮਹਾਰਾਜ ਗ੍ਰਿਫਤਾਰ ਤੇ ਤੁਸੀਂ ਹੋਣਾ ਹੈ, ਮੇਰੇ ਰਾਹੀਂ ਹੋਵੋਗੇ, ਮੈਨੂੰ ਸਰਕਾਰ ਕੋਲੋਂ ਇਨਾਮ ਮਿਲ ਜਾਏਗਾ, ਮੇਰੀ ਗਰੀਬੀ ਕੱਟੀ ਜਾਏਗੀ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਇਸੇ ਤਰ੍ਹਾਂ ਉਸ ਆਜੜੀ ਦੇ ਕੋਲ ਜਾਂਦੇ ਆ। ਉਹ ਗਰੀਬ ਹੈ, ਉਹ ਮੰਗਤਾ ਹੈ, ਉਹਦੀ ਗਰੀਬੀ ਕੱਟਦੇ ਜਾਂਦੇ ਆ। ਪਰ ਇੱਧਰ ਇਹ ਜ਼ਿੰਮੇਵਾਰ ਸ਼ਾਸਕ ਆ, ਇਹ ਵੀ ਇੱਕ ਪਹੁੰਚ ਵਾਲਾ ਹੈ, ਜਿਹਨੂੰ ਜੇਲ੍ਹ ਸੁਪਰਡੈਂਟ ਕਿਹਾ ਜਾਂਦਾ ਹੈ। ਇੱਕ ਚੰਗੀ ਪੋਸਟ ਆ, ਪਰ ਇਹਦੇ ਮਨ ਵਿੱਚ ਸ਼ਰਧਾ ਹੈ, ਇਹਦੇ ਮਨ ਵਿੱਚ ਪ੍ਰੇਮ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਖੁਦ ਆਪ ਇੱਥੇ ਆ ਰਹੇ ਆ। ਸੱਚੇ ਪਾਤਸ਼ਾਹ ਜੀ ਨੇ ਇੱਥੇ ਆਣ ਕੇ ਦਰਸ਼ਨ ਦੇਣੇ ਆ। ਅਤੇ ਜਦੋਂ ਉਹਨੂੰ ਪਤਾ ਲੱਗਿਆ, ਉਹਨੇ ਬਹੁਤ ਸੁੰਦਰ ਥਾਂ ਵੇਖੀ ਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬਿਰਾਜਮਾਨ ਕਰਨਾ ਹੈ। ਅਤੇ ਫਿਰ ਮਹਾਰਾਜ ਜੀ ਉੱਥੇ ਪਹੁੰਚਦੇ ਆ। ਕਿਵੇਂ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ। ਵੇਖੋ, ਗੁਰੂ ਸਾਹਿਬ ਜੀ ਮਹਾਰਾਜ ਜਾਂਦੇ ਨੇ ਅਤੇ ਉੱਥੋਂ ਦਾ ਮਾਹੌਲ ਕਿੰਨਾ ਆਨੰਦਮਈ ਬਣਦਾ ਹੈ। ਇਸੇ ਕਰਕੇ ਸਤਿਗੁਰਾਂ ਦੀ ਬਾਣੀ ਦੇ ਇਹ ਬਚਨ ਆ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਤੁਹਾਨੂੰ ਪਰਮਾਨੰਦ ਪ੍ਰਾਪਤ ਹੋ ਜਾਏਗਾ। ਇਹ ਜਿਹੜੀ ਗੁਰੂ ਕੀ ਸੰਗਤ ਆ, ਭਾਵੇਂ ਇਕੱਲਿਆਂ ਬੈਠ ਕੇ ਵੀ ਆਪਾਂ ਰੱਬ ਰੱਬ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਪਰ ਇਸ ਸੰਗਤ ਨੂੰ ਵਡਿਆਈ ਆ। ਜਿਹੜਾ ਪਰਮ ਆਨੰਦ ਆ ਹੋਰ ਕਿਤੇੋਂ ਨਹੀਂ, ਗੁਰੂ ਦੀ ਚਰਨ ਸ਼ਰਨ ਵਿੱਚੋਂ ਹੀ ਪ੍ਰਾਪਤ ਹੋਣਾ ਹੈ। ਤੋ ਇਸ ਤੋਂ ਅੱਗੇ ਇਤਿਹਾਸ ਵਿੱਚ ਕਵੀ ਸਾਹਿਬ ਜੀ ਕੀ ਬਚਨ ਕਰਦੇ ਆ, ਸਾਰੀ ਸੰਗਤ ਮੁਖ ਨੂੰ ਕਰੋ ਪੁੱਤਰ ਅਤੇ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਸੁੰਦਰ ਪਰਯੰਕ ਡਸਾਇਓ। ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਗਵਾਲੀਅਰ ਦੇ ਕਿਲ੍ਹੇ 'ਚ ਪਹੁੰਚ ਜਾਂਦੇ ਆ। ਹਰੀਦਾਸ ਦਰੋਗੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ। ਜਿਵੇਂ ਅੱਜ ਵੀ ਸਤਿਗੁਰਾਂ ਦਾ ਪ੍ਰਕਾਸ਼ ਕਰਨਾ ਹੋਵੇ ਅਤੇ ਵਧੀਆ ਪੀੜਾ ਸਾਹਿਬ ਵਧੀਆ ਵਿਛਾਈ ਕੀਤੀ ਜਾਂਦੀ ਹੈ, ਉੱਪਰ ਚੰਦੋਆ ਸਾਹਿਬ ਚਾਂਦਨੀ ਸਾਹਿਬ ਲਾਈ ਜਾਂਦੀ ਹੈ, ਸੁੰਦਰ ਥਾਂ ਵੇਖੀ ਜਾਂਦੀ ਆ, ਕਿਉਂਕਿ ਮੇਰੇ ਸਤਿਗੁਰੂ ਨੇ ਉੱਥੇ ਬਿਰਾਜਮਾਨ ਹੋਣਾ ਹੈ। ਸਾ ਧਰਤੀ ਪਈ ਹਰੀਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਤੋ ਇਸੇ ਤਰ੍ਹਾਂ ਇਸ ਦਰੋਗੇ ਨੇ ਬੜੀ ਸੁੰਦਰ ਥਾਂ ਵੇਖੀ। ਉਹ ਥਾਂ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਿਰਾਜਮਾਨ ਹੋਣ ਵਾਸਤੇ ਉਹ ਥਾਂ ਵਧੀਆ ਚੋਣ ਕੀਤੀ ਆ। ਫਿਰ ਪਾਤਸ਼ਾਹ ਜੀ ਨੇ ਜਿੱਥੇ ਬਿਰਾਜਮਾਨ ਹੋਣਾ, ਬਹੁਤ ਵਧੀਆ ਸੁੰਦਰ ਪਲੰਘ, ਜਿਵੇਂ ਅੱਜ ਵੱਖ-ਵੱਖ ਫਰਨੀਚਰ ਆ ਗਏ, ਬੈੱਡ ਆ ਗਏ ਨੇ, ਉਹਨਾਂ ਸਮਿਆਂ 'ਚ ਜਿਹੜੇ ਨਿਵਾਰੀ ਪਲੰਘ ਹੁੰਦੇ ਸਨ ਬਹੁਤ ਵਧੀਆ, ਉਹ ਹਮੇਸ਼ਾ ਸ਼ੋਭਦੇ ਸਨ ਮਹੱਲਾਂ 'ਚ, ਚੁਬਾਰਿਆਂ ਦੇ ਵਿੱਚ, ਵੱਡੇ ਘਰਾਂ ਦੇ ਵਿੱਚ।
ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਿਰਾਜਮਾਨ ਹੋਣ ਵਾਸਤੇ ਹਰੀਦਾਸ ਦਰੋਗੇ ਨੇ ਬਹੁਤ ਸੁੰਦਰ ਸਤਿਗੁਰਾਂ ਦੇ ਬੈਠਣ ਵਾਸਤੇ ਪਲੰਘ ਉਸ ਥਾਂ ਤੇ ਢਾਇਆ ਹੈ। ਆਸਤਰਾ ਨਸੋ ਨੀਕੈ ਛਾਇਓ। ਜਿਹੜੇ ਚੰਗੇ ਚੰਗੇ ਬਸਤਰ ਆ, ਸਾਫ਼ ਬਸਤਰ ਜਿਹਨੂੰ ਆਪਾਂ ਕਹਿੰਦੇ ਵੀ ਅਣਲੱਗ, ਇਹ ਜਿਹੜੇ ਸਵੱਛ ਬਸਤਰ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਛਾਈ ਕਰਨੀ, ਵਿਛਾਉਣਾ ਕਰਨਾ ਹੈ। ਬੜੇ ਸੁੰਦਰ ਬਸਤਰ ਆਪਾਂ ਮਹਾਰਾਜ ਜੀ ਦੇ ਪ੍ਰਕਾਸ਼ ਦੇ ਵਾਸਤੇ ਆਪਾਂ ਸਾਫ ਸਫਾਈ ਦੇ ਵਾਸਤੇ ਵਿਛਾਉਨੇ ਆ। ਇਸੇ ਤਰ੍ਹਾਂ ਇਸ ਹਰੀਦਾਸ ਦਰੋਗੇ ਨੇ ਉਸ ਪਲੰਘ ਦੇ ਉੱਤੇ ਬਹੁਤ ਵਧੀਆ ਜਿਹੜੇ ਬਸਤਰ ਆ, ਸਵੱਛ ਬਸਤਰ, ਉਹਨਾਂ ਨੂੰ ਵਿਛਾਉਣਾ ਕੀਤਾ ਹੈ। ਤਿਸ ਪਰ ਬਿਨਤੀ ਭਾਕ ਬਿਠਾਈ। ਫਿਰ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਆ, ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰੋ, ਇਸ ਥਾਂ ਤੇ ਆਪ ਜੀ ਬੈਠਣਾ ਕਰੋ। ਬੈਠ ਤਰੇ ਮਨ ਬਾਸ਼ਤ ਪਾਏ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਪਲੰਘ ਉੱਤੇ ਬੈਠ ਜਾਂਦੇ ਆ। ਮਾਨੋ ਕਿ ਫਿਰ ਸਾਰਿਆਂ ਨੂੰ ਤਾਰਦੇ ਨੇ, ਭਾਗ ਜੂ ਲਾਉਂਦੇ ਆ। ਤੇ ਫਿਰ ਭਾਈ ਜਿਹੜੇ ਸਤਿਗੁਰਾਂ ਦੇ ਪਾਸ ਬੈਠਣ ਵਾਲੇ ਸੇਵਕ ਆ, ਹਰੀਦਾਸ ਦਰੋਗੇ ਵਰਗੇ, ਤੇ ਜਿਹੜੇ ਹੋਰ ਉੱਥੇ ਰਾਜੇ ਆ, ਮਨ ਬਾਸ਼ਤ ਫਲ ਮਹਾਰਾਜ ਦੀ ਸੰਗਤ ਵਿੱਚੋਂ ਪਾਉਂਦੇ ਹਨ। ਕਹਿਤ ਭਇਓ ਸੁਨ ਸੁਜਸ ਤੁਮਾਰਾ। ਹਰੀਦਾਸ ਦਰੋਗੇ ਨੇ ਆਖਿਆ, ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੁਹਾਡਾ ਬਹੁਤ ਜਸ ਸੁਣਿਆ ਹੈ, ਤੁਹਾਡੀ ਬੜੀ ਸ਼ੋਭਾ ਸੁਣੀ ਹੈ, ਤੁਹਾਡੀ ਮਹਾਰਾਜ ਬਹੁਤ ਹੀ ਵਡਿਆਈ ਸਰਵਣ ਕੀਤੀ ਹੈ। ਚਾਹਤ ਰਹਿਓ ਮੈਂ ਦਰਸ ਉਦਾਰਾ। ਸਤਿਗੁਰੂ ਜੀ, ਮੈਂ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਸਾਂ, ਮੇਰੇ ਮਨ ਵਿੱਚ ਬੜੀ ਤਾਂਘ, ਦਰਸ਼ਨ ਪਿਆਸੀ ਦਿਨ ਰਾਤ, ਚਿਤਵਉ ਅਨੰਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਹੇ ਮੇਰੇ ਪਾਤਸ਼ਾਹ, ਮੈਂ ਦਿਨ ਰਾਤ ਤੁਹਾਡੇ ਦਰਸ਼ਨਾਂ ਦੇ ਵਾਸਤੇ ਤਾਂਘ ਦੇ ਵਿੱਚ ਹਾਂ। ਮੇਰੇ ਮਨ ਵਿੱਚ ਬੜੀ ਉਮੀਦ, ਬਹੁਤ ਖਾਸ, ਬੜਾ ਪ੍ਰੇਮ ਹੈ। ਦਿਨੇ ਰਾਤ ਮੈਂ ਤੁਹਾਡੇ ਦਰਸ਼ਨਾਂ ਦੇ ਵਾਸਤੇ ਆਪਣੇ ਹਿਰਦੇ ਵਿੱਚ ਚਤਾਰਦੀ ਰਹਿੰਦੀ ਹਾਂ। ਕਿਰਪਾ ਕਰੋ, ਮੇਰੇ ਭਰਮ ਦੇ ਪਰਦੇ ਖੋਲ੍ਹ ਕੇ ਮੈਨੂੰ ਆਪਣਾ ਦਰਸ਼ਨ ਦੇ ਕੇ ਨਿਹਾਲ ਕਰ ਦਿਓ। ਦਰ ਮਾਂਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ। ਕਬੀਰ ਸਾਹਿਬ ਜੀ ਵੀ ਇਹ ਬੇਨਤੀ ਕਰਦੇ ਆ, ਮਹਾਰਾਜ ਮੈਂ ਤੇਰੇ ਦਰਵਾਜ਼ੇ 'ਤੇ ਹੱਥ ਜੋੜ ਕੇ ਮੰਗਤਾ ਬਣ ਕੇ ਬੇਨਤੀ ਕਰਦਾ ਹਾਂ, ਅਰਦਾਸ ਕਰਦਾ ਹਾਂ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਕਿਸ ਕਿਸ ਨੂੰ ਨਹੀਂ ਤਾਰਿਆ, ਤੁਹਾਡੀ ਸੇਵਾ ਨੇ। ਤੋ ਇਹ ਹਰੀਦਾਸ ਦਰੋਗਾ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਪਾਤਸ਼ਾਹ ਜੀ, ਮੈਂ ਤੇ ਬੜੇ ਚਿਰਾਂ ਤੋਂ ਤੁਹਾਡੇ ਦਰਸ਼ਨਾਂ ਦੇ ਵਾਸਤੇ ਬੇਨਤੀ ਕਰਦਾ ਹਾਂ, ਦਰਸ਼ਨ ਕਰਨੇ ਚਾਹੁੰਦਾ ਹਾਂ। ਚਾਹਤ ਰਹੋ ਮੈਂ ਦਰਸ ਉਦਾਰਾ। ਬੜੇ ਲੰਮੇ ਸਮੇਂ ਤੋਂ ਮੈਂ ਤੁਹਾਡੇ ਦਰਸ਼ਨਾਂ ਦੀ ਪਿਆਸ ਵਿੱਚ ਉਡੀਕਦਾ ਸਾਂ। ਘਟ ਘਟ ਕੇ ਤੁਮ ਜਾਣਨ ਹਾਰੇ। ਤੁਸੀਂ ਮਹਾਰਾਜ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲੇ ਜੇ। ਘਟ ਘਟ ਕੇ ਅੰਤਰ ਕੀ ਜਾਣਤ, ਪਰੇ ਬੋਲੇ ਕੀ ਪੀਰ ਪਛਾਣ। ਤੁਹਾਨੂੰ ਸਭ ਕੁਝ ਹੀ ਪਤਾ ਹੈ। ਆਣ ਦਿਓ ਦਰਸ਼ਨ ਇਸ ਬਾਰੇ। ਤੇ ਪਾਤਸ਼ਾਹ ਜੀ, ਇਸ ਵਾਰੀ ਤੁਸੀਂ ਬਹੁਤ ਕਿਰਪਾ ਕਰ ਦਿੱਤੀ ਹੈ। ਤੁਸੀਂ ਆਪ ਇੱਥੇ ਆਣ ਕੇ ਆਪਣੇ ਸੇਵਕ ਨੂੰ ਮਹਾਰਾਜ ਤੁਸੀਂ ਦਰਸ਼ਨ ਦੇ ਦਿੱਤੇ ਹਨ। ਕਰਿਓ ਨਿਹਾਲ ਮੋਹ ਕੋ ਆਛੇ। ਮਹਾਰਾਜ ਜੀ, ਮੈਨੂੰ ਚੰਗੀ ਤਰ੍ਹਾਂ ਨਿਹਾਲ ਕਰ ਦਿੱਤਾ ਹੈ। ਇਹੋ ਜਿਹੀ ਕਿਰਪਾ ਕਰ ਦਿੱਤੀ ਹੈ, ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ। ਦੇਤ ਮਨੋਰਥ ਦਾਸ ਜੋ ਬਾਂਛੇ। ਮੈਂ ਜੋ ਵੀ ਮਨ ਵਿੱਚ ਬਾਂਛਿਆ ਸੀ, ਮੰਗਿਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਪੂਰਾ ਕਰ ਦਿੱਤਾ ਹੈ। ਜੋ ਮੰਗੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ। ਤੁਸੀਂ ਉਹ ਕਿਰਪਾ ਕਰ ਦਿੱਤੀ ਹੈ। ਪਾਉ ਹੀਰ ਕਰ ਬਹੁ ਹਰਦਾਸ। ਤੇ ਬੜੇ ਪਿਆਰ ਦੇ ਨਾਲ ਇਹ ਹਰਦਾਸ ਜਿਹੜਾ ਦਰੋਗਾ ਹੈ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਦਾ ਹੈ, ਸਤਿਗੁਰਾਂ ਦੇ ਦਰਸ਼ਨ ਕਰਦਾ ਹੈ। ਸ਼੍ਰੀ ਮੁਖ ਤੈ ਕੀਐ ਬਾਕ ਪ੍ਰਕਾਸ਼। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਮੁਖ ਬੜਾ ਹੀ ਪਵਿੱਤਰ ਆ, ਮਹਾਰਾਜ ਜੀ ਆਪਣੇ ਮੁਖ ਦੇ ਵਿੱਚੋਂ ਵਾਕ ਉਚਾਰਨ ਕਰਦੇ ਹਨ। ਗੁਰ ਘਰ ਕੇ ਜੋ ਸ਼ਰਧਾ ਧਾਰੇ। ਕਹਿਣ ਲੱਗੇ ਵੇਖ ਹਰੀਦਾਸ ਦਰੋਗਾ ਜੀ, ਜਿਹੜਾ ਵੀ ਕੋਈ ਮਾਈ ਭਾਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਉੱਤੇ ਸ਼ਰਧਾ ਰੱਖਦਾ ਹੈ, ਜਿਹੜਾ ਵੀ ਭਰੋਸਾ ਰੱਖਦਾ ਹੈ, ਦੋ ਲੋਕਨ ਗਤ ਲਹਿਤ ਸੁਖਾਰੇ। ਦੋਹਾਂ ਲੋਕਾਂ ਦੇ ਵਿੱਚ, ਇਸ ਲੋਕ ਦੇ ਵਿੱਚ ਵੀ ਤੇ ਜਿਹੜਾ ਪਰਲੋਕ ਆ, ਦੋਹਾਂ ਲੋਕਾਂ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਬਖਸ਼ ਦੇ ਸਦਕਾ ਉਹ ਸੁਖੀ ਵਸਦਾ ਹੈ। ਉਹਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਸ਼੍ਰੀ ਨਾਨਕ ਜਗ ਗੁਰ ਸਭ ਮਾਲਕ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੁੱਲ ਦੁਨੀਆ ਦੇ ਮਾਲਕ ਨੇ, ਕੇਵਲ ਪੰਜਾਬ ਦੇ ਨਹੀਂ, ਕੇਵਲ ਭਾਰਤ ਦੇ ਨਹੀਂ, ਗੁਰੂ ਨਾਨਕ ਸਾਹਿਬ ਜੀ ਤੇ ਸਮੁੱਚੀ ਦੁਨੀਆ ਦੇ ਹੀ ਮਾਲਕ ਹਨ। ਚਾਰ ਪਦਾਰਥ ਦੇ ਤਤਕਾਲਕ। ਜਿਹੜਾ ਵੀ ਮਾਈ ਭਾਈ ਸ਼ਰਧਾ ਭਾਵਨਾ ਧਾਰਦਾ ਹੈ, ਮਹਾਰਾਜ ਚਾਰੇ ਪਦਾਰਥ ਦੇ ਕੇ ਨਵਾਜ ਦਿੰਦੇ ਹਨ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਨਿਵਾਰੈ। ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਉ। ਤੋ ਮਹਾਰਾਜ ਕਹਿੰਦੇ ਵੇਖ ਭਾਈ ਦਰੋਗਾ ਜੀ, ਇਹ ਗੁਰੂ ਨਾਨਕ ਸਾਹਿਬ ਜੀ ਦਾ ਇਹੋ ਜਿਹਾ ਘਰ ਆ, ਇੱਥੇ ਤਾਂ ਸਭ ਕੁਛ ਹੀ ਮੁਰਾਦਾਂ ਜਿਹੜੀਆਂ ਨੇ ਜੀਵਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਸੋਨਤ ਹਰਖ ਕਰ ਕੈ ਅਰਦਾਸ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਇਹਨੇ ਇਹ ਬਚਨ ਸੁਣੇ ਆ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਤੋਂ ਬਹੁਤ ਖੁਸ਼ ਹੁੰਦਾ ਹੈ, ਬੜਾ ਪ੍ਰਸੰਨ ਹੁੰਦਾ ਹੈ, ਬੜੀ ਮਨ ਨੂੰ ਖੁਸ਼ੀ ਹੁੰਦੀ ਹੈ। ਕਿਉਂਕਿ ਜਿਨ੍ਹਾਂ ਦਾ ਪਿਆਰ ਵੇਖੋ ਸਤਸੰਗੀ ਭਾਈ ਚੱਲ ਕੇ ਆਉਂਦੇ ਹੈ। ਇੱਥੇ ਕਿਸੇ ਮਨੁੱਖ ਦੀ ਬਾਤ ਨਹੀਂ, ਕਿਉਂਕਿ ਗੁਰੂ ਘਰ ਦੀ ਸਿਫਤ ਸਲਾਹ ਹੁੰਦੀ ਹੈ। ਸੋ ਪਿਆਰ ਸੀ, ਮਹਾਰਾਜ ਜੀ ਦੇ ਮੁਖ ਤੋਂ ਬਚਨ ਸੁਣੇ ਤੇ ਬਹੁਤ ਹੀ ਪਿਆਰ ਦੇ ਵਿੱਚ ਆਏ ਹਨ। ਬੜਾ ਹੀ ਚਾਵੋ ਪੈਦਾ ਹੋਇਆ ਹੈ। ਵਸਤ ਜੋ ਚਾਹੀਏ ਪਠੀ ਸੋ ਪਾਸ। ਹੇ ਸੱਚੇ ਪਾਤਸ਼ਾਹ, ਜਿਹੜੀ ਵੀ ਵਸਤੂ ਆਪ ਜੀ ਨੂੰ ਚਾਹੀਦੀ ਹੈ, ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵੇਗੀ। ਉਸੇ ਵੇਲੇ ਜੋ ਵੀ ਆਪ ਜੀ ਦਾ ਹੁਕਮ ਹੋਵੇਗਾ। ਕੈਦ ਬਿਕੈ ਮਹੀਪਾਲ ਵਿਸਾਲਾ। ਕਹਿਣ ਲੱਗੇ ਸੱਚੇ ਪਾਤਸ਼ਾਹ, ਇਹ ਜਿਹੜਾ ਕਿਲ੍ਹਾ ਹੈ ਨਾ, ਇਸ ਕਿਲ੍ਹੇ ਦੇ ਵਿੱਚ ਬਹੁਤ ਸਾਰੇ ਰਾਜੇ ਆ, ਵੱਖ-ਵੱਖ ਇਲਾਕਿਆਂ ਦੇ ਰਾਜੇ, ਕਿਉਂਕਿ ਬਹੁਤ ਵੱਡਾ ਕਿਲ੍ਹਾ ਹੈ। ਉਹ ਜਿਹੜੇ ਰਾਜੇ ਹਨ, ਉਮਰ ਕੈਦ ਜਨ ਕੀ ਸਭ ਕਾਲ। ਉਹ ਵਿਚਾਰੇ ਰਾਜਿਆਂ ਨੂੰ ਕਈਆਂ ਨੂੰ ਤੇ ਉਮਰ ਕੈਦ ਹੋਈ ਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸ ਥਾਂ 'ਤੇ ਹੀ ਕੱਟਣੀ ਆ। ਜੇਲ੍ਹ ਵਿੱਚੋਂ ਬਾਹਰ ਜਾਣ ਦਾ ਜਿਨ੍ਹਾਂ ਦਾ ਆਸਰਾ ਕੋਈ ਨਹੀਂ ਰਿਹਾ, ਸਭ ਆਸਾਂ ਉਮੀਦਾਂ ਖਤਮ ਹੋ ਗਈਆਂ। ਕਹਿੰਦੇ ਬਹੁਤ ਖਤਰਨਾਕ ਜਿਹੜੇ ਕੈਦੀ ਆ, ਉਹਨਾਂ ਨੂੰ ਇਸ ਕਿਲ੍ਹੇ ਦੇ ਵਿੱਚ ਬਾਦਸ਼ਾਹ ਦੇ ਵੱਲੋਂ ਕੈਦ ਕੀਤਾ ਗਿਆ ਹੈ। ਕਬਹੁ ਨਾ ਛੋੜਨ ਜਨ ਕੋ ਹੋਏ। ਤੇ ਕਵੀ ਸਾਹਿਬ ਜੀ ਬਚਨ ਕਰਦੇ ਆ ਵੀ ਇਹੋ ਜਿਹੇ ਰਾਜੇ ਜਿਨ੍ਹਾਂ ਦੇ ਕਿਲ੍ਹੇ ਵਿੱਚੋਂ ਬਾਹਰ ਆਉਣ ਦੀ ਆਸ ਹੀ ਕੋਈ ਨਹੀਂ ਆ, ਜਿਨ੍ਹਾਂ ਨੂੰ ਕਦੇ ਵਾਸਤੇ ਬਾਦਸ਼ਾਹ ਨੇ ਰਿਹਾ ਨਹੀਂ ਕਰਨਾ ਸੀ। ਤਿਸੇ ਦੁਰਗਮ ਹੈ ਗੇਰਤ ਸੋਏ। ਉਹ ਵਿਚਾਰੇ ਉਸ ਕਿਲ੍ਹੇ ਵਿੱਚ ਕੈਦ ਆ ਤੇ ਉੱਥੇ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਨਰਕਾਂ ਦੇ ਨਾਲੋਂ ਵੀ ਭੈੜੀ ਬਣੀ ਹੋਈ ਆ। ਇਹ ਜਿਹੜੇ ਰਾਜੇ ਆ
ਬੜੀ ਬੁਰੀ ਹਾਲਤ ਕਿਲੇ ਵਿੱਚ ਕੈਦ ਹਨ। ਸੁਣੇ ਸਭਨ ਸਤਿਗੁਰ ਇਤ ਆਏ। ਜਦੋਂ ਉਹਨਾਂ ਰਾਜਿਆਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ 6ਵੀਂ ਜੋਤ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹ ਸੱਚੇ ਪਾਤਸ਼ਾਹ ਜੀ ਇਸ ਕਿਲੇ ਵਿੱਚ ਆਏ ਨੇ, ਜਦੋਂ ਇਹਨਾਂ ਰਾਜਿਆਂ ਨੇ ਸੁਣਿਆ ਹੈ, ਭਾਏ ਆਨੰਦ ਮਨੋ ਛੁਟਕਾਏ। ਉਹਨਾਂ ਦੇ ਮਨ ਵਿੱਚ ਬੜਾ ਆਨੰਦ ਪੈਦਾ ਹੋਇਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਥੇ ਆਏ। ਮਨ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਸਾਨੂੰ ਛਡਾਉਣ ਵਾਲਾ ਮਹਾਨ ਸਤਿਗੁਰੂ ਬੰਦੀ ਛੋੜ ਸਾਡੇ ਸਿਰ ਉੱਤੇ ਆਣ ਪਹੁੰਚਾ ਹੈ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਕਿਸੇ ਦੀ ਕੋਈ ਜ਼ਮਾਨਤ ਵਾਸਤੇ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਰਿਹਾਈ ਦੇ ਕੋਈ ਆਰਡਰ ਹੋ ਜਾਂਦੇ ਆ, ਉਹਨਾਂ ਦੇ ਮਨ ਨੂੰ ਇੰਨੀ ਖੁਸ਼ੀ ਹੋਈ ਹੈ। ਕਰ ਜੋਰ ਸਭ ਹੀ ਤਹ ਆਏ। ਸਤਿਗੁਰਾਂ ਦੇ ਪਾਸ ਆਏ ਜਿਹੜੇ ਇਹ ਰਾਜੇ ਕੈਦ ਵਿੱਚ ਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ, ਹੱਥ ਜੋੜੇ ਆ। ਮਹਾਰਾਜ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚਦੇ ਹਨ। ਗੁਰ ਕਾ ਦਰਸ ਕੀਨ ਸੁਖ ਪਾਏ। ਇਹਨਾਂ ਜਿਹੜੇ ਕੈਦੀ ਰਾਜੇ ਆ, ਜਦੋਂ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਹਨਾਂ ਦੀ ਆਤਮਾ ਨੂੰ ਸੁੱਖ ਪ੍ਰਾਪਤ ਹੋਇਆ, ਸਕੂਨ ਪ੍ਰਾਪਤ ਹੋਇਆ। ਇਹਨਾਂ ਦਾ ਜਿਹੜਾ ਮਨ ਆ ਬਹੁਤ ਖੁਸ਼ ਹੋਇਆ ਹੈ। ਸਭ ਕੈ ਉਪਰ ਬਸਤਰ ਮਲੀਨ। ਕਵੀ ਸਾਹਿਬ ਜੀ ਲਿਖਦੇ ਆ, ਵਿਚਾਰਿਆਂ ਦੀ ਹਾਲਤ ਕਿਹੋ ਜਿਹੀ ਬਣ ਗਈ, ਬੜੇ ਮੈਲੇ ਕੱਪੜੇ ਪਾਏ ਨੇ, ਮੈਲੇ ਕੁਚੈਲੇ ਕੱਪੜੇ। ਜਿਵੇਂ ਆਪਾਂ ਦੇਖਦੇ ਹਾਂ ਕਈ ਵਿਚਾਰੇ ਜਿਨ੍ਹਾਂ ਦੀ ਯਾਦਾਸ਼ਤ ਖਤਮ ਹੋ ਜਾਂਦੀ ਹੈ ਜਾਂ ਪਾਗਲ ਹੋ ਜਾਂਦੇ ਹੈ, ਅਤੇ ਇਸੇ ਤਰ੍ਹਾਂ ਮਲੀਨ ਬਹੁਤ ਮੈਲੇ ਕੱਪੜੇ, ਪਤਾ ਨਹੀਂ ਕਦੋਂ ਦੇ ਧੋਤੇ ਆ, ਬਹੁਤ ਹੀ ਮੈਲੇ ਕੱਪੜੇ ਉਹਨਾਂ ਨੇ ਆਪਣੇ ਤਨ ਉੱਤੇ ਪਾਏ ਹਨ। ਤਨ ਤੇ ਦੁਰਬਲ ਚਿੰਤਾ ਪੀਨ। ਸਰੀਰ ਬਹੁਤ ਹੀ ਕਮਜ਼ੋਰ ਹੋ ਗਿਆ, ਕਿਉਂਕਿ ਕੋਈ ਛਕਣ ਵਾਸਤੇ ਨਹੀਂ ਮਿਲਣਾ। ਜੇ ਮਿਲਣਾ ਹੈ ਤਾਂ ਉਹ ਬਹੁਤ ਬਣਾਉਟੀ, ਅਤੇ ਉਹਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਜ਼ਹਿਰ ਵਰਗੀ ਖਤਰਨਾਕ ਜਿਹੜੀਆਂ ਵਸਤੂਆਂ ਨੇ ਉਹ ਮਿਲਾ ਦਿੱਤੀਆਂ ਜਾਂਦੀਆਂ ਸਨ, ਅਤੇ ਸਰੀਰ ਉਹਨਾਂ ਦੇ ਬਹੁਤ ਕਮਜ਼ੋਰ ਹੋ ਗਏ ਆ, ਅਤੇ ਚਿੰਤਾ ਦੇ 'ਚ ਪੀੜੇ ਪਏ ਆ। ਮਹਾਰਾਜ ਜੀ ਦੇ ਹਜ਼ੂਰ ਇਹ ਜਿਹੜੇ 52 ਜਿਹੜੇ ਰਾਜੇ ਕੈਦੀ ਹਨ ਬੜੇ ਦੁਖੀ ਹਨ। ਕੈਸਾ ਸ਼ਮ ਸ਼ਮ ਜੂਕ ਕਨੇਰੀ। ਕਵੀ ਸਾਹਿਬ ਜੀ ਲਿਖਦੇ ਆ ਵੀ ਇਹੋ ਜਿਹੀ ਵਿਚਾਰਿਆਂ ਦੀ ਹਾਲਤ ਆ ਵੀ ਸਿਰ ਨਹੀਂ ਵਾਹਿਆ ਜਾਂਦਾ, ਸਿਰ ਵਿੱਚ ਜੂਆਂ ਪੈ ਚੁੱਕੀਆਂ ਨੇ। ਇੰਨਾ ਉਹਨਾਂ ਦੀ ਤਨ ਦੀ ਬੁਰੀ ਹਾਲਤ ਬਣ ਚੁੱਕੀ ਹੈ। ਪਾਇਨ ਪਰੀ ਪੀਨ ਹੀ ਬੇਰੀ। ਵਿਚਾਰਿਆਂ ਦੇ ਪੈਰਾਂ ਵਿੱਚ ਬਹੁਤ ਤਕੜੀਆਂ ਬੇੜੀਆਂ ਪਾਈਆਂ ਨੇ, ਪੈਰੋਂ ਤੁਰਿਆ ਵੀ ਨਹੀਂ ਸੀ ਜਾਂਦਾ, ਅਤੇ ਪੈਰੀਂ ਬੇੜੀਆਂ ਨੇ, ਅਤੇ ਉਹ ਸੰਗਲਾਂ ਦੇ ਨਾਲ ਹੀ ਬੱਧੇ ਹੋਏ ਆ। ਬੇੜੀਆਂ ਦੇ ਸਮੇਤ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕਰਦੇ ਹਨ। ਜੀਰਨ ਪਟ ਤਨ ਧਾਰਨ ਕਰੇ। ਵਿਚਾਰਿਆਂ ਦੇ ਜਿਹੜੇ ਕੱਪੜੇ ਆ ਮਾਨੋ ਫਟੇ ਹੋਏ, ਪਾਟੇ ਹੋਏ, ਜੋ ਕੁਛ ਵੀ ਉਹਨਾਂ ਨੇ ਆਪਣੇ ਤਨ ਉੱਤੇ ਪਾਇਆ ਹੈ, ਅਤੇ ਬਹੁਤ ਉਹਨਾਂ ਦੀ ਤਨ ਦੀ ਹਾਲਤ ਜਿਹੜੀ ਆ ਬਦਤਰ ਹੋ ਚੁੱਕੀ ਹੈ। ਮੁਕਤ ਹੋਣ ਕੀ ਆਸ ਨਾ ਧਰੇ। ਰਿਹਾ ਹੋਣ ਦੀ ਉਹਨਾਂ ਦੀ ਕੋਈ ਵੀ ਆਸ ਨਹੀਂ ਵੀ ਕਿਲੇ ਵਿੱਚੋਂ ਇਹਨਾਂ ਨੂੰ ਕੋਈ ਛੁੱਟੀ ਮਿਲ ਜਾਏ, ਕੋਈ ਪੈਰੋਲ ਮਿਲ ਜਾਏ। ਇਹਨਾਂ ਵਿਚਾਰਿਆਂ ਦੀ ਬਹੁਤ ਜ਼ਿਆਦਾ ਉੱਥੇ ਮੁਸ਼ਕਲ ਵਾਲੀ ਹਾਲਤ ਬਣੀ ਹੈ। ਵਿਛੜੈ ਪਰਿਵਾਰਨ ਅਰ ਦੇਸ। ਪਤਾ ਨਹੀਂ ਕਿੰਨੇ ਚਿਰਾਂ ਤੋਂ ਪਰਿਵਾਰਾਂ ਦੇ ਨਾਲੋਂ ਵਿਛੜੇ ਆ ਔਰ ਆਪਣੇ ਦੇਸ਼ ਨਾਲੋਂ ਵਿਛੜੇ ਆ। ਕੋਈ ਮੁਲਾਕਾਤ ਕਰਨ ਦੀ ਪਰਿਵਾਰ ਨੂੰ ਵੀ ਆਗਿਆ ਨਹੀਂ। ਬੜੇ ਲੰਮੇ ਸਮੇਂ ਤੋਂ ਪਰਿਵਾਰਾਂ ਦੇ ਨਾਲੋਂ ਵਿਛੜੇ ਹਨ। ਨਿਸ ਦਿਨ ਜਿਨਹ ਕਲੇਸ਼ ਵਿਸ਼ੇਸ਼। ਮਾਨੋ ਦਿਨੇ ਤੇ ਰਾਤ ਵਿਚਾਰੇ ਕਲੇਸ਼ ਵਿੱਚ ਹੀ ਰਹਿੰਦੇ ਆ, ਕਿਉਂਕਿ ਆਪਸ ਵਿੱਚ ਹੀ ਲੜਦੇ। ਆਪਾਂ ਰੋਜ਼ ਖਬਰਾਂ ਵੀ ਪੜ੍ਹਦੇ ਹਾਂ, ਫਲਾਣੇ ਥਾਂ 'ਤੇ ਕੈਦੀ ਲੜ ਪਏ,
ਔਰ ਫਲਾਣੇ ਨੂੰ ਫੱਟਣ ਕਰ ਦਿੱਤਾ, ਅਤੇ ਕਈ ਵਾਰੀ ਤਾਂ ਕਿਸੇ ਮਾੜੇ ਨੂੰ ਖਤਮ ਵੀ ਕਰ ਦਿੰਦੇ ਆ। ਤੋ ਕਲੇਸ਼ ਹੀ ਰਹਿੰਦਾ ਹੈ। ਇਸੇ ਤਰ੍ਹਾਂ ਦਿਨੇ ਰਾਤ ਇਹ ਜਿਹੜੇ 52 ਰਾਜੇ ਆ ਬਸ ਕਲੇਸ਼ ਤੇ ਝਗੜੇ ਵਿੱਚ ਹੀ ਰਹਿੰਦੇ ਹਨ। ਜਰਾਸੰਧ ਜਮਰਾਜੇ ਗਹੇ। ਹੁਣ ਕਵੀ ਸਾਹਿਬ ਜੀ ਇੱਕ ਪੁਰਾਤਨ ਉਦਾਹਰਨ ਦਿੰਦੇ ਆ ਵੀ ਜਿਵੇਂ ਜਿਹੜਾ ਜਰਾਸੰਧ ਇੱਕ ਰਾਜਾ ਹੋਇਆ ਹੈ, ਦੇਖ ਕ੍ਰਿਸ਼ਨ ਕੋ ਆਨੰਦ ਲਾਹੇ। ਤੇ ਕਦੇ ਕ੍ਰਿਸ਼ਨ ਭਗਵਾਨ ਜੀ ਦੇ ਉਹ ਦਰਸ਼ਨ ਕਰਦਾ ਹੈ। ਉਹ ਵੀ ਕਦੇ ਜਾਂਦੇ ਨੇ ਕਿਸੇ ਰਾਜੇ ਦੀ ਕੈਦ ਵਿੱਚੋਂ ਛੁਡਾਉਣ ਵਾਸਤੇ। ਉਹਨੇ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਕੇ ਉਹਨੇ ਵੀ ਖੁਸ਼ੀ ਮਹਿਸੂਸ ਕੀਤੀ ਸੀ। ਤੈਮ ਸਭ ਪੇਖ ਸ਼੍ਰੀ ਹਰਗੋਬਿੰਦ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਸਰਬ ਕਲਾ ਸਮਰੱਥ ਆ। ਕਿਉਂਕਿ ਉਹਨਾਂ ਨੂੰ ਕਿਸੇ ਨੂੰ ਕੋਈ 14 ਕਲਾ ਸੰਪੂਰਨ ਮੰਨਦਾ ਹੈ, ਕੋਈ 16 ਕਲਾ, ਪਰ ਗੁਰੂ ਨਾਨਕ ਸਾਹਿਬ ਜੀ ਦਾ ਘਰ ਇਹ ਸਰਬ ਕਲਾ ਸਮਰੱਥ, ਜਿਨ੍ਹਾਂ ਦੀ ਤਾਕਤ ਗਿਣੀ ਮਿਣੀ ਨਹੀਂ ਜਾ ਸਕਦੀ, ਜਿਹੜੇ ਬਹੁਤ ਉੱਚੇ ਆ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇ। ਜਿਹੜੇ ਮਹਾਨ ਸਤਿਗੁਰੂ ਆ, ਤਿਵੇਂ ਹੀ ਸਤਿਗੁਰਾਂ ਦੇ ਦਰਸ਼ਨ ਕਰਕੇ ਇਹ ਜਿੰਨੇ ਵੀ ਸਾਰੇ ਹਨ ਨਾਮ ਕਿਰਿਆ ਜੁਗ ਕੀ ਮਨਿੰਦ। ਮਹਾਰਾਜ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ। ਕਦੇ ਉਸ ਕ੍ਰਿਸ਼ਨ ਨੂੰ ਦੇਖ ਕੇ ਜਰਾਸੰਧ ਵਰਗਿਆਂ ਨੇ ਜਾਂ ਹੋਰ ਜਿਹੜੇ ਕੋਈ ਕੈਦੀ ਸਨ ਉਹਨਾਂ ਨੇ ਉਹਦਾ ਧੰਨਵਾਦ ਕੀਤਾ। ਪਰ ਇਹ ਜਿੰਨੇ ਵੀ ਰਾਜੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੰਨੇ ਮਹਾਨ, ਦੋਹਾਂ ਦਾ ਨਾਮ ਤੇ ਕਿਰਿਆ ਇੱਕੋ ਜੀ ਆ। ਭਾਵ ਕ੍ਰਿਸ਼ਨ ਤੇ ਗੋਬਿੰਦ ਇੱਕ ਨਾਮ ਹੈ ਤੇ ਰਾਜਿਆਂ ਦਾ ਛੁਡਾਉਣਾ ਰੂਪ ਕਿਰਿਆ ਵੀ ਦੋਹਾਂ ਨੇ ਇੱਕੋ ਕੀਤੀ ਹੈ। ਪਰ ਭਾਈ ਆਨੰਦ ਲਾਲ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਾਬ ਤੇ ਲਿਖਦੇ ਨੇ, ਵਾ ਮੰਜ਼ਲ ਉਲਿਆਇਸ ਅਜ਼ ਹਰ ਉਲਤਵੀ ਬੁਰਤਰ, ਅਰਥਾਤ ਉਸ ਦਾ ਬਜ਼ੁਰਗ ਮਰਤਬਾ ਹਰ ਉੱਚੇ ਤੋਂ ਉੱਚਾ ਹੈ। ਅਰਥਾਤ ਆਪ ਸ਼੍ਰੀ ਕ੍ਰਿਸ਼ਨ ਜੀ ਤੋਂ ਵੀ ਬਹੁਤ ਉੱਚੇ ਹਨ, ਬੜੇ ਕਮਾਲ ਹਨ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸਰਬ ਕਲਾ ਹੀ ਸਮਰੱਥ ਹਨ। ਦੇਖਤ ਕਿਰਪਾ ਕਿਰਪਾਲ ਬਸਾਲਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਸਦਾ ਹੀ ਸੰਸਾਰ ਦੇ ਜੀਵਾਂ ਉੱਤੇ ਕਿਰਪਾ ਕਰਦੇ ਹਨ, ਮਹਾਨ ਬਖਸ਼ਿਸ਼ਾਂ ਕਰਦੇ ਹਨ। ਸਭ ਕੋ ਦਾਈ ਧੀਰ ਤਿਸ ਕਾਲਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਹੈ, ਸਾਰਿਆਂ ਨੂੰ ਹੌਸਲਾ ਦਿੱਤਾ ਹੈ। ਰਹਿਣ ਲੱਗੇ ਪੁਨ ਦੁਰਗਮ ਜਾਰੇ। ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਫਿਰ ਬਿਰਾਜਮਾਨ ਹੁੰਦੇ ਹਨ। ਸਭ ਕੈ ਦਿਨ ਕੋ ਦੇਤ ਹਾਰੇ। ਹੁਣ ਜਿਹੜੇ ਜਿੰਨੇ ਵੀ ਕੈਦੀ ਆ ਉਹਨਾਂ ਸਾਰੇ ਕੈਦੀਆਂ ਨੂੰ ਜਿਹੜਾ ਰਾਸ਼ਨ ਪਾਣੀ ਆ ਜੇਲਰ ਵੱਲੋਂ ਪਹੁੰਚਾਇਆ ਜਾਂਦਾ। ਜਿਵੇਂ ਬਾਦਸ਼ਾਹ ਦਾ ਹੁਕਮ ਆ ਉਹਦੇ ਮੁਤਾਬਕ ਹੀ ਉਹਨਾਂ ਨੂੰ ਰਾਸ਼ਨ ਪਾਣੀ ਭੋਜਨ ਦਿੱਤਾ ਜਾਂਦਾ ਹੈ। ਬਾਦਸ਼ਾਹ ਤੇ ਧਨ ਬਹੁ ਆਵੇ। ਹੁਣ ਬਾਦਸ਼ਾਹ ਬਹੁਤ ਧਨ ਭੇਜਦਾ ਤਾਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਭੇਜਦਾ ਹੈ। ਪੁਨ ਹਰਦਾਸ ਰਸਤ ਪਹੁੰਚਾਵੇ। ਹਰਦਾਸ ਜਿਹੜਾ ਦਰੋਗਾ ਹੈ ਉਸ ਜੇਲ੍ਹ ਦਾ, ਗਵਾਲੀਅਰ ਦੇ ਕਿਲੇ ਦਾ, ਬਹੁਤ ਸਾਰੀ ਰਸਦ ਲਿਆਉਂਦਾ ਹੈ ਤੇ ਉਹ ਵੀ ਕਿਲੇ ਦੇ ਪਾਸ ਪਹੁੰਚਾਉਂਦਾ ਹੈ। ਬਣਹਿ ਤਿਹਾਵਲ ਨਿਤ ਸਮੁਦਾਏ। ਹੁਣ ਰੋਜ਼ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਉੱਥੇ ਪਹੁੰਚਣ ਦੇ ਨਾਲ ਜਿਤੈ ਦੁਰਗਮ ਸਗਰੇ ਖਾਏ। ਹੁਣ ਜਿੰਨੇ ਵੀ ਉੱਥੇ ਰਾਜੇ ਆ ਉਹਨਾਂ ਸਾਰਿਆਂ ਨੂੰ ਛਕਣ ਵਾਸਤੇ ਕੜਾਹ ਪ੍ਰਸ਼ਾਦ ਦੀ ਦੇਗ ਮਿਲਦੀ ਹੈ। ਸ਼ੁੱਧਤ ਰਹਿਣ ਪਾਵੈ ਨਹ ਕੋਈ। ਤੇ ਇਸੇ ਤਰ੍ਹਾਂ ਕੋਈ ਵੀ ਵਾਂਝਾ ਨਹੀਂ ਰਹਿੰਦਾ, ਸਾਰਿਆਂ ਨੂੰ ਇਹ ਪਾਵਨ ਪ੍ਰਸ਼ਾਦ ਛਕਾਇਆ ਜਾਂਦਾ ਹੈ। ਸਵਾਦਲ ਆਸਨ ਦੇਤ ਬਹੁ ਹੋਈ। ਸਾਰੇ ਬੜੇ ਸਵਾਦ ਲਈ ਭੋਜਨ ਛਕਦੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਆਉਣ ਦੇ ਨਾਲ
ਜਿਹੜਾ ਬਾਕੀ ਵੀ ਗੁਰੂ ਕਾ ਲੰਗਰ ਉਹ ਤਿਆਰ ਹੁੰਦਾ ਹੈ। ਹੁਣ ਉਹਨਾਂ ਰਾਜਿਆਂ ਨੂੰ ਵੀ ਮਿਲਦਾ ਹੈ ਜਿਹੜੇ ਭੁੱਖੇ ਰਹਿੰਦੇ ਸਨ, ਜਿਨ੍ਹਾਂ ਨੂੰ ਪੂਰਾ ਭੋਜਨ ਨਹੀਂ ਸੀ ਮਿਲਦਾ। ਹੁਣ ਸਵਾਦੀ ਭੋਜਨ ਉਹ ਸਾਰੇ ਹੀ ਛਕਦੇ ਹਨ। ਜੈਤਕ ਕੈਦੀ ਬਰਿੰਦ ਸਿਪਾਹੀ, ਜਿੰਨੇ ਕੁ ਕੈਦੀ ਜਿਹੜੇ ਉਥੇ ਕੈਦ ਵਿੱਚ ਹਨ, ਸਤਿਗੁਰ ਦੇ ਪੰਚਾਮ੍ਰਿਤ ਖਾਹੀ। ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਜਿਹੜੇ ਸਿਪਾਹੀ ਆ ਉਹਨਾਂ ਨੂੰ ਵੀ ਪ੍ਰਸ਼ਾਦ ਦਿੱਤਾ ਜਾਂਦਾ ਹੈ, ਅਤੇ ਜਿਹੜੇ ਉੱਥੇ ਕੈਦੀ ਆ ਉਹਨਾਂ ਨੂੰ ਵੀ ਇਹ ਪੰਚਾਮ੍ਰਿਤ ਜਿਹੜਾ ਇਹ ਪਾਵਨ ਪ੍ਰਸ਼ਾਦ ਹੈ ਇਹ ਛਕਾਇਆ ਜਾਂਦਾ ਹੈ। ਤਉ ਬਚੈ ਪੁਨ ਵਹਿਰ ਦਿਵਾਵੈ, ਜਿਹੜਾ ਬਚ ਜਾਂਦਾ ਹੈ ਉਹ ਹੋਰ ਜਿਹੜੀ ਬਾਕੀ ਵਹਿਰ ਹੋਰ ਜਿਹੜੇ ਆਸ-ਪਾਸ ਦੇ ਲੋਕ ਹਨ, ਆਣ ਲੋਕ ਗਨ ਲੈ ਕਰ ਖਾਵੈ। ਹੋਰ ਲੋਕ ਵੀ ਆਉਂਦੇ ਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਸੁਣਦੇ ਆ। ਇੰਨੀਆਂ ਖੁੱਲ੍ਹੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਦੀਆਂ ਨੇ ਜਾਂ ਭੋਜਨ ਬਣਦਾ ਹੈ ਗੁਰੂ ਕਾ ਲੰਗਰ, ਅਤੇ ਬਾਕੀਆਂ ਨੂੰ ਵੀ ਵਰਤਾਇਆ ਜਾਂਦਾ ਹੈ। ਇੱਕ ਦੋਇ ਕਾਲ ਬੀਤ ਕਰ ਗਏ, 1-2 ਦਿਨ ਦਾ ਸਮਾਂ ਇਸੇ ਤਰ੍ਹਾਂ ਬਤੀਤ ਹੋਇਆ ਹੈ। ਗੁਰ ਆਹਾਰ ਨ ਕਰਤੇ ਭਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਵੀ ਨਹੀਂ ਛਕਿਆ। ਸੱਚੇ ਪਾਤਸ਼ਾਹ ਜੀ ਨੇ ਕੋਈ ਭੋਜਨ ਨਹੀਂ ਕੀਤਾ ਹੈ। ਪੰਜ ਸਿੱਖ ਜੇਠਾ ਰੋਪਰਾਣਾ, ਜਿਹੜੇ 5 ਸਿੰਘ ਸਤਿਗੁਰਾਂ ਦੇ ਨਾਲ ਗਏ ਆ, ਭਾਈ ਜੇਠਾ ਜੀ ਤੇ ਭਾਈ ਪੁਰਾਣਾ ਜੀ, ਜਿਹੜੇ ਉਹਨਾਂ ਵਿੱਚੋਂ 2 ਹਨ। ਸਭੇ ਨ ਪਿਖ ਕਰ ਜੋਰ ਵਖਾਣਾ, ਸਾਰਿਆਂ ਨੇ ਦੇਖਿਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੋਈ ਭੋਜਨ ਨਹੀਂ ਛਕਿਆ। ਫਿਰ ਇਹ ਮਹਾਰਾਜ ਜੀ ਨੂੰ ਹੱਥ ਜੋੜਦੇ ਹਨ। ਇਹ ਕਾਰਨ ਕੌਣ ਗੁਸਾਈ, ਹੇ ਸੱਚੇ ਪਾਤਸ਼ਾਹ ਜੀ ਇਹ ਕੀ ਕਾਰਨ ਆ? ਆਪ ਜੀ ਨੇ ਕੋਈ ਭੋਜਨ ਨਹੀਂ ਛਕਿਆ ਹੈ। ਆਪ ਨਹੀਂ ਭੋਜਨ ਕੋ ਖਾਹੀ, ਬਾਕੀਆਂ ਨੂੰ ਛਕਾਇਆ ਹੈ ਪਰ ਤੁਸੀਂ ਆਪ ਕੁਝ ਵੀ ਨਹੀਂ ਛਕਿਆ ਹੈ। ਤਿਕ ਹਮਰੋ ਤੁਮਰੇ ਬਿਨ ਖਾਇਓ, ਸਾਨੂੰ ਤਿਰਕਾਰ ਹੈ ਆਪ ਭੋਜਨ ਨਾ ਛਕੋ ਤੇ ਅਸੀਂ ਤੁਹਾਡੇ ਕੋਲ ਬੈਠੇ ਛਕੀ ਜਾਈਏ। ਸਤਿਗੁਰੂ ਮਹਾਰਾਜ ਇਹ ਗੱਲ ਸੋਭਾ ਸਾਨੂੰ ਨਹੀਂ ਦਿੰਦੀ। ਤੁਸੀਂ ਭੋਜਨ ਛਕੋਗੇ ਤੇ ਸਿੱਖਾਂ ਦਾ ਤਾਂ ਹੀ ਛਕਣਾ ਬਣਦਾ ਹੈ। ਮਹਾਰਾਜ ਨਹੀਂ ਤੇ ਸਾਡੇ ਵਾਸਤੇ ਤਿਰਕਾਰ ਹੈ, ਸਾਡੇ ਵਾਸਤੇ ਚੰਗੀ ਗੱਲ ਨਹੀਂ ਵੀ ਗੁਰੂ ਸਾਹਿਬ ਜੀ ਭੋਜਨ ਨਾ ਛਕਣ ਤੇ ਅਸੀਂ ਛਕੀਏ। ਮਹਾਰਾਜ ਇੱਕ ਐਸਾ ਆਪ ਜੀ ਦਾ ਕੌਤਕ ਹੈ। ਵਰਤਿਆ ਦੇਖਤ ਲੈ ਮੁਖ ਪਾਇਓ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਦੇਖ ਵਰਤਾਈ ਜਾਂਦੀ ਹੈ, ਆਪ ਜੀ ਵੀ ਵਰਤਾਉਂਦੇ ਜੇ ਤੇ ਇਸੇ ਤਰ੍ਹਾਂ ਦੇਖਦੇ ਜੇ, ਤੇ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਮੁਖ ਵਿੱਚ ਪ੍ਰਸ਼ਾਦ ਪਾਉਂਦੇ ਹੋ। ਸ਼੍ਰੀ ਮੁਖ ਤੇ ਫਰਮਾਵਨ ਕੀਨ, ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਮੁਖ ਤੋਂ ਕੋਈ ਫਰਮਾਨ ਕਰਦੇ ਹਨ। ਇਹ ਭੋਜਨ ਹਮ ਖਾਹੇ ਕਬੀ ਨਾ, ਭਾਈ ਇਹ ਭੋਜਨ ਅਸੀਂ ਕਦੇ ਵਾਸਤੇ ਨਹੀਂ ਛਕਾਂਗੇ। ਜਿਹੜਾ ਇਹ ਭੋਜਨ ਆ ਇਹ ਅਸੀਂ ਛਕਣਾ ਨਹੀਂ ਹੈ। ਰਹਿ ਜਾਏ ਮਿਹਨਤ ਕਰ ਲਿਆਵੋ, ਬਾਹਰ ਜਾਓ ਉੱਥੇ 10 ਦੀ ਕਿਰਤ ਕਮਾਈ ਕਰੋ, ਆਪਣੇ ਹੱਥੀਂ ਮਿਹਨਤ ਕਰਨੀ ਆ। ਜੋ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਆ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਵੇਲੜ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਪ੍ਰਵਾਨ ਨਹੀਂ ਹੈ, ਔਰ ਵਿਹਲੇ ਬਹਿ ਕੇ ਭੋਜਨ ਛਕਣਾ ਇਹ ਠੀਕ ਨਹੀਂ, ਇਹ ਅਸੀਂ ਨਹੀਂ ਛਕਾਂਗੇ। ਜਾਓ ਹੱਥੀਂ ਮਿਹਨਤ ਕਰੋ ਅਤੇ ਮਿਹਨਤ ਕਰਕੇ ਉਹਦੇ ਵਿੱਚੋਂ ਇੱਥੇ ਤੁਸੀਂ ਫਿਰ ਲਿਆਉਣਾ ਹੈ। ਰਸਤ ਖਰੀਦ ਵਿਪਣੇ ਜਾਵੋ, ਜਿੰਨੇ ਪੈਸੇ ਮਿਲਣ ਉਹਦਾ ਰਸਦ ਪਾਣੀ ਖਰੀਦ ਕੇ ਲਿਆਉਣਾ ਹੈ, ਔਰ ਬਾਜ਼ਾਰ ਜਾ ਕੇ ਜੋ ਉਹਦੀ ਵਟ ਤੋਂ ਸਾਨੂੰ ਮਿਲੇ ਉਹਦੇ ਮੁਤਾਬਕ ਦੁਕਾਨ 'ਤੇ ਜਾ ਕੇ ਤੁਸੀਂ ਸੌਦਾ ਪਤਾ ਰਸਦ ਪਾਣੀ ਲਿਆਉਣਾ ਹੈ। ਤਿਸ ਤੈ ਤਿਆਰ ਆਹਾਰ ਕਰੀਜ ਹੈ, 10 ਦੀ ਕਿਰਤ ਕਮਾਈ ਦੇ ਵਿੱਚੋਂ ਫੇਰ ਤੁਸੀਂ ਜਿਹੜੀ ਕੋਈ ਰਸਦ ਪਾਣੀ ਲਿਆਓਗੇ
ਉਹਦੇ ਵਿੱਚੋਂ ਤੁਸੀਂ ਲੰਗਰ ਤਿਆਰ ਕਰੋਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹਿਤ ਭੋਜਨ ਕਿਸੋ ਹਮ ਦੀਜੈ। ਤੇ ਫੇਰ ਪਿਆਰ ਦੇ ਨਾਲ ਉਹ ਭੋਜਨ ਅਸੀਂ ਛਕਾਂਗੇ ਜਿਹੜਾ ਭਾਈ ਆਪ ਮਿਹਨਤ ਕਰਕੇ ਦਸਾਂ ਨੌ ਦੀ ਕਿਰਤ ਕਰਕੇ ਤੇ ਤੁਸੀਂ ਆਪ ਕਮਾਈ ਕਰਕੇ ਲਿਆਵੋਗੇ। ਨਾਹੇ ਤਾਂ ਰਹਿ ਹੈ ਪੌਣ ਆਹਾਰੇ। ਨਹੀਂ ਤੇ ਅਸੀਂ ਪੌਣ ਆਹਾਰੀ ਰਹਾਂਗੇ। ਬਸ ਪਰਮੇਸ਼ਰ ਦੇ ਨਾਮ ਦੇ ਆਸਰੇ ਹੀ ਅਸੀਂ ਵਿਚਰਾਂਗੇ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਵੀ ਆ, ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਇੱਕ ਇਹੋ ਜਿਹੇ ਜੀਵ ਜੰਤੂ ਆ ਜਿਹੜੇ ਮਿੱਟੀ ਦੇ ਵਿੱਚ ਆ, ਜਿਹੜੇ ਪਤਾਲ ਦੇ ਵਿੱਚ ਆ, ਬਸ ਮਿੱਟੀ ਖਾ ਕੇ ਹੀ ਉਹਨਾਂ ਦਾ ਗੁਜ਼ਾਰਾ ਹੈ। ਪਰਮਾਤਮਾ ਨੇ ਭੋਜਨ ਹੀ ਉਹਨਾਂ ਦਾ ਮਿੱਟੀ ਦੇ ਵਿੱਚ ਬਣਾਇਆ ਹੈ। ਇੱਕ ਇਹੋ ਜਿਹੇ ਜੀਵ ਜੰਤੂ ਪਰਮੇਸ਼ਰ ਨੇ ਬਣਾਏ ਜਿਹੜੇ ਕਈ ਉੱਡਣ ਵਾਲੇ ਪੰਛੀ ਆ, ਬਸ ਹਵਾ ਹੀ ਖਾਂਦੇ ਆ। ਉਹਨਾਂ ਦੀ ਖੁਰਾਕ ਹੀ ਪਰਮੇਸ਼ਰ ਨੇ ਵਾਜੂ ਬਣਾਈ ਆ। ਜਿਸ ਤਰ੍ਹਾਂ ਇਹਨਾਂ ਨਾਲ ਆਸਰਾ ਮਿੱਟੀ ਹੈ, ਵਾਜੂ ਹੈ, ਸਾਡਾ ਆਸਰਾ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ। ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਜਿਹੜਾ ਨਿਰੰਕਾਰ ਦਾ ਪਿਆਰਾ ਹੈ ਉਹ ਪਰਮੇਸ਼ਰ ਦੇ ਨਾਮ ਦੇ ਹੀ ਆਸਰੇ ਜਿਉਂਦਾ ਹੈ। ਜੇ ਤੁਸੀਂ ਇਹ ਕਿਰਤ ਕਮਾ ਕੇ ਨਹੀਂ ਲਿਆਓਗੇ ਫਿਰ ਅਸੀਂ ਪਰਮੇਸ਼ਰ ਦੇ ਨਾਮ ਦੇ ਆਸਰੇ ਜੀਵਾਂਗੇ। ਜਬ ਲਗ ਬਸ ਹੈ ਦੁਰਗਮ ਜਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਵੀ ਜਿੰਨਾ ਚਿਰ ਤੱਕ ਅਸੀਂ ਇਹ ਜਿਹੜਾ ਗਵਾਲੀਅਰ ਦਾ ਕਿਲਾ ਹੈ, ਸੁਣ ਸਤਿਗੁਰ ਤੇ ਬਹੁਰ ਸੁਨਾਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਜਦੋਂ ਇਹ ਸ਼ਬਦ ਸਿੱਖਾਂ ਨੇ ਸੁਣੇ ਹਨ ਤੇ ਫਿਰ ਉਹ ਸਿੱਖ ਇਹਨਾਂ ਬਚਨਾਂ ਦੀ ਸਾਂਝ ਕਰਨ ਲੱਗੇ ਹਨ। ਹਮ ਨਿਜ ਹੱਥਨ ਲਿਆਏ ਕਮਾਏ। ਤੇ ਕਹਿਣ ਲੱਗੇ ਦਰੋਗਾ ਜੀ ਅਸੀਂ ਆਪਣੇ ਹੱਥਾਂ ਦੇ ਨਾਲ ਕਮਾਈ ਕਰਕੇ ਲਿਆਵਾਂਗੇ। ਗੁਰੂ ਸਾਹਿਬ ਜੀ ਨੂੰ ਵੀ ਬੇਨਤੀ ਕਰਦੇ ਨੇ, ਪਾਤਸ਼ਾਹ ਜੀ ਜਿਵੇਂ ਆਪ ਜੀ ਦਾ ਹੁਕਮ ਆ ਅਸੀਂ ਆਪਣੇ ਹੱਥਾਂ ਦੇ ਨਾਲ ਕਮਾਈ ਕਰਕੇ ਮਹਾਰਾਜ ਇਸੇ ਤਰ੍ਹਾਂ ਲਿਆਵਾਂਗੇ। ਕੀਜਹ ਭੋਜਨ ਆਪ ਹਮੇਸ਼ੂ। ਹਮੇਸ਼ਾ ਵਾਸਤੇ ਆਪ ਜੀ ਜਿਹੜੀ ਅਸੀਂ ਦਸਾਂ ਨਹੁੰ ਦੀ ਕਿਰਤ ਕਮਾਈ ਕਰਾਂਗੇ ਉਹਦੇ ਵਿੱਚੋਂ ਹੀ ਭੋਜਨ ਛਕਣਾ ਕਰੋ। ਹਮਕੋ ਅਹਿ ਸੁਖੈਨ ਬਸੇਸੂ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤਾਂ ਸਾਡੇ ਵਾਸਤੇ ਸੌਖੀ ਬਾਤ ਆ, ਅਸੀਂ ਆਪ ਇਸੇ ਤਰ੍ਹਾਂ ਚਾਹੁੰਦੇ ਹਾਂ। ਲੈ ਆਗਿਆ ਗਮਨੇ ਤਿਸ ਬੀਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲਈ ਹੈ ਤੇ ਉਸੇ ਵੇਲੇ ਇਹ ਜਿਹੜੇ ਗੁਰੂ ਕੇ ਸਿੱਖ ਹਨ ਵਹਿਰ ਦੁਰਗ ਕੇ ਨਿਕਟ ਠਠੀਰੇ। ਦਰੋਗੇ ਨੂੰ ਦੱਸਿਆ ਵੀ ਸਤਿਗੁਰੂ ਸਾਹਿਬ ਜੀ ਦਾ ਇਹ ਹੁਕਮ ਆ, ਉਹਨਾਂ ਨੇ ਬਾਦਸ਼ਾਹੀ ਖਾਣਾ ਉਹ ਨਹੀਂ ਛਕਣਾ ਹੈ, ਇਹ ਸਤਿਗੁਰਾਂ ਦਾ ਸਾਨੂੰ ਹੁਕਮ ਆ। ਤੇ ਫਿਰ ਇਸੇ ਤਰ੍ਹਾਂ ਉਹਨੂੰ ਦੱਸਣ ਤੋਂ ਬਾਅਦ ਨੇੜੇ ਹੀ ਕਿਲੇ ਦੇ ਪਾਸ ਠਠੇਰਿਆਂ ਦੀ ਦੁਕਾਨ ਆ, ਜਿਹੜੀ ਭਾਂਡਿਆਂ ਦੀ ਦੁਕਾਨ ਹੁੰਦੀ ਆ, ਉਹ ਦੁਕਾਨ ਬਿਲਕੁਲ ਨੇੜੇ ਹੀ ਦੇਖੀ ਹੈ। 300 ਨਿਜ ਮਿਹਨਤ ਠਹਿਰਾਏ। ਉਸ ਦੁਕਾਨ ਉੱਤੇ ਜਾਂਦੇ ਆ, ਜਿਹੜਾ ਦੁਕਾਨ ਦਾ ਮਾਲਕ ਆ ਉਹਦੇ ਨਾਲ ਜਾ ਕੇ ਗੱਲਬਾਤ ਕਰਦੇ ਨੇ ਕਿ ਅਸੀਂ ਮਿਹਨਤ ਕਰਨੀ ਆ, ਅਸੀਂ ਤੁਹਾਡੇ ਕੋਲ ਇੱਥੇ ਕੰਮ ਕਰਨਾ ਹੈ। ਕਰਹਿ ਅਪਰ ਤੇ ਦੁਗਣ ਕਮਾਏ। ਤੇ ਕਹਿਣ ਲੱਗੇ ਵੀ ਅਸੀਂ ਇੱਥੇ ਕਾਰਜ ਕਰਨਾ ਹੈ ਤੇ ਦੁੱਗਣੀ ਕਮਾਈ ਕਰਾਂਗੇ। ਮਨ ਲਾ ਕੇ ਅਸੀਂ ਤੁਹਾਡੇ ਕੋਲ ਇੱਥੇ ਜਿਹੜਾ ਕੰਮ ਦੇਵੋਗੇ ਉਹਨੂੰ ਕਰਾਂਗੇ। ਸਰਬ ਜਾਮਨੀ ਕ੍ਰਿਤੀ ਕਰੈ ਹੈ। ਤੇ ਸਾਰਾ ਦਿਨ ਅਸੀਂ ਤੁਹਾਡੇ ਕੋਲ ਕੰਮਕਾਰ ਕਰਦੇ ਰਵਾਂਗੇ। ਜਿਹੜੀ ਧਰਮ ਦੀ ਕਿਰਤ ਆ ਉਹ ਤੁਹਾਡੇ ਕੋਲ ਅਸੀਂ ਕਰਦੇ ਰਹਾਂਗੇ। ਏਕ ਰਜਤ ਪਨ ਦੋਨੋਂ ਲਹੈ। ਦੋਵੇਂ ਜਿਹੜੇ ਗੁਰੂ ਕੇ ਸਿੱਖ ਆ ਇਹਨਾਂ ਨੇ 1 ਰੁਪਈਆ
ਉਹਨਾਂ ਸਮਿਆਂ ਦੇ ਮੁਤਾਬਕ ਉਸ ਠਠੇਰੇ ਦੇ ਪਾਸੋਂ, ਦੁਕਾਨਦਾਰ ਦੇ ਪਾਸੋਂ ਇਹ ਜਿਹੜੀ ਉਹਨਾਂ ਦੀ ਮਿਹਨਤ ਮਜ਼ਦੂਰੀ ਆ, ਇਹਦਾ 1 ਰੁਪਈਆ ਲੈਣਾ ਕਰ ਲਿਆ ਹੈ। ਕਹਿਆ ਠਠੇਰਨ ਜੇ ਬਹੁ ਕਾਲ। ਜਿਹੜਾ ਉਹ ਠਠੇਰਾ ਹੈ, ਜਿਹੜਾ ਉਹ ਦੁਕਾਨਦਾਰ ਹੈ, ਕਹਿਣ ਲੱਗਾ ਜੇ ਤਗੜਿਆ ਹੋ ਕੇ ਕਮਾਈ ਕਰੋਗੇ, ਜੇ ਤੁਸੀਂ ਬਹੁਤੀ ਮਿਹਨਤ ਕਰੋਗੇ, ਦੇਹ ਮਜ਼ਦੂਰੀ ਤੁਮਹਿ ਵਿਸਾਲ। ਤੁਹਾਨੂੰ ਬਹੁਤੀ ਮਜ਼ਦੂਰੀ ਦੇ ਦਿਆਂਗੇ, ਇਸ ਤੋਂ ਤੁਹਾਡਾ ਵਾਅਦਾ ਵੀ ਕਰ ਦਿਆਂਗੇ। ਜੇ ਤੁਸੀਂ ਤਕੜੇ ਹੋ ਕੇ ਮਿਹਨਤ ਕਰੋਗੇ, ਸੰਧਿਆ ਤੇ ਗਹਿ ਲੀਨ ਵਿਦਾਨ। ਤੇ ਜੇ ਸੰਧਿਆ ਪੈਂਦੀ ਹੈ, ਸ਼ਾਮ ਦਾ ਸਮਾਂ, ਕਿਉਂਕਿ ਜਿਵੇਂ ਕੰਮ ਮਿਲਦਾ ਹੈ, ਕਈ ਵਾਰੀ ਦਿਨੇ ਕੰਮ ਮਿਲਦਾ ਹੈ, ਕਈ ਵਾਰੀ ਰਾਤ ਨੂੰ ਕੰਮ ਮਿਲਦਾ ਹੈ, ਕਈ ਵਾਰੀ ਸੰਧਿਆ ਦੇ ਸਮੇਂ। ਸੋ ਜਿਵੇਂ ਜਿਵੇਂ ਠਠਿਆਰ ਨੇ ਕਿਹਾ ਉਹਦੇ ਮੁਤਾਬਕ ਇਹ ਜਿਹੜੇ ਗੁਰੂ ਕੇ ਸਿੱਖ ਆ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਜੇ ਸੰਧਿਆ ਪਈ ਹੈ ਤਾਂ ਇਹਨਾਂ ਨੇ ਵਿਦਾਨ, ਜਿਹਨੂੰ ਹਥੌੜਾ ਵੀ ਕਿਹਾ ਜਾਂਦਾ ਹੈ, ਇਹ ਹਥੌੜਾ ਇਹਨਾਂ ਦੋਵੇਂ ਗੁਰੂ ਕੇ ਸਿੱਖਾਂ ਨੇ ਆਪਣੇ ਹੱਥ ਵਿੱਚ ਪਕੜ ਲਿਆ ਹੈ। ਕਰਨ ਲਗੇ ਕਰ ਤਾਨ ਮਹਾਨ। ਪੂਰਾ ਜ਼ੋਰ ਲਾ ਕੇ, ਜਿਵੇਂ ਬੜੇ ਜ਼ੋਰ ਦੀ ਲੋਹਾਰ ਭਰਾ ਆਇਰਨ ਦੇ ਉੱਤੇ ਹਥੌੜੇ ਦੇ ਨਾਲ ਸੱਟਾਂ ਮਾਰਦਾ ਹੈ। ਵੱਡੇ ਵੱਡੇ ਅਮੋੜ ਤੋਂ ਅਮੋੜ ਜਿਹੜਾ ਲੋਹਾ ਉਹਨੂੰ ਮੋੜਿਆ ਜਾਂਦਾ ਹੈ। ਇਹ ਜ਼ੋਰ ਦੀ ਇਹ ਹਥੌੜੇ ਵਿਦਾਨ ਮਾਰਦੇ ਹਨ। ਪਹੋਤ ਭੋਰ ਲਗ ਬਸਾਸਣ ਬਰਿੰਦ। ਤੇ ਉਸ ਵੇਲੇ ਫਿਰ ਇਹਨਾਂ ਨੇ ਜਦੋਂ ਇਹ ਹਥੌੜੇ ਚਲਾਏ ਤੇ ਸਵੇਰ ਤੱਕ ਸਾਰੀ ਰਾਤ ਹੀ ਕੰਮ ਕਰਦੇ ਰਹੇ, ਬੜੀ ਮਿਹਨਤ ਕੀਤੀ ਹੈ। ਸਵੇਰ ਤੱਕ ਇਹ ਭਾਂਡੇ ਘੜਨ ਵਾਸਤੇ, ਪੂਰੀ ਮਿਹਨਤ ਵਾਸਤੇ ਹਥੌੜਾ ਚਲਾਉਂਦੇ ਰਹੇ ਹਨ। ਘਰ ਅਗਾਰੇ ਤੇ ਸੋ ਬਿਲੰਦ। ਤੇ ਜਿਹੜਾ ਉਹ ਠਠਿਆਰ ਹੈ, ਉਹਦੇ ਗਾੜੀ ਇਹ ਭਾਂਡੇ ਇਹਨਾਂ ਨੇ ਘੜ ਕੇ ਰੱਖ ਦਿੱਤੇ ਹਨ। ਹੋਏ ਪ੍ਰਸੰਨ ਰਜਤ ਪਨ ਦੀਨ। ਬਹੁਤ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ। ਉਸ ਠਠਿਆਰ ਨੇ ਇਹਨਾਂ ਸਿੱਖਾਂ ਨੂੰ ਮੋਹਰ ਜਿਹੜੀ ਆ 1 ਰੁਪਈਆ ਚਾਂਦੀ ਦਾ ਬਹੁਤ ਖੁਸ਼ ਹੋ ਕੇ ਦਿੱਤਾ ਹੈ। ਦੋਨੋਂ ਰਸਤ ਖਰੀਦਣ ਕੀਨ। ਦੋਵੇਂ ਗੁਰੂ ਕੇ ਸਿੱਖ ਬਾਜ਼ਾਰ ਵਿੱਚ ਗਏ, ਇਹਨਾਂ ਨੇ ਜਾ ਕੇ ਰਸਦ ਪਾਣੀ ਖਰੀਦਿਆ ਹੈ। ਚੂਨ ਸੋ ਚਾਵਰ ਸੂ ਕਮਲੀਨੇ। ਇਹਨਾਂ ਨੇ ਆਟਾ ਖਰੀਦਿਆ ਹੈ, ਕੁਛ ਚਾਵਲ ਖਰੀਦੇ ਆ, ਤੇ ਕੁਝ ਹੋਰ ਜਿਹੜੇ ਪਦਾਰਥ ਹਨ। ਕ੍ਰਿਤ ਮਿਸ਼ਟਾਨ ਲਿਓ ਸਭ ਚੀਨੇ। ਇਹਨਾਂ ਨੇ ਘਿਓ ਲਿਆ ਹੈ ਤੇ ਮਿਸ਼ਠਾਨ, ਕੁਛ ਮਿੱਠਾ ਲਿਆ ਹੈ। ਇਸ ਤਰ੍ਹਾਂ ਇਹ ਜਿਹੜੀਆਂ ਵਸਤੂਆਂ ਘਰ ਦੀ ਰਸੋਈ ਵਿੱਚ ਭੋਜਨ ਤਿਆਰ ਕਰਨ ਵਾਸਤੇ ਲੈਂਦੇ ਹਨ, ਇਹ ਸਾਰਾ ਕੁਛ ਬਾਜ਼ਾਰ ਦੇ ਵਿੱਚੋਂ ਲਿਆਉਂਦੇ ਹਨ। ਪਏ ਖਰੀਦ ਗੁਰ ਕੇ ਟਿਗ ਲਿਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕਮਾਈ ਕਰਕੇ ਇਹ ਜਿਹੜੇ ਗੁਰੂ ਕੇ ਸਿੱਖਿਆ, ਜੋ ਚਾਂਦੀ ਦਾ ਰੁਪਈਆ ਮਿਲਿਆ, ਉਹਦੇ ਵਿੱਚੋਂ ਫਿਰ ਇਹ ਜਿਹੜੀਆਂ ਵਸਤੂਆਂ ਨੇ ਅਨਾਜ ਤਿਆਰ ਕਰਨ ਵਾਸਤੇ, ਲੰਗਰ ਭੋਜਨ ਪਾਣੀ ਤਿਆਰ ਕਰਨ ਵਾਸਤੇ ਮਹਾਰਾਜ ਜੀ ਦੇ ਪਾਸ ਕਿਲੇ ਵਿੱਚ ਲੈ ਕੇ ਆਉਂਦੇ ਹਨ। ਪਾਕ ਸਿੱਧ ਸਭ ਕੀਨ ਬਣਾਏ। ਤੇ ਇਹਨਾਂ ਨੇ ਫਿਰ ਰਸੋਈ ਤਿਆਰ ਕੀਤੀ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਸਭੇ ਤਿਆਰ ਕਰ ਥਾਰ ਪਰੋਸਾ। ਇਹਨਾਂ ਨੇ ਲੰਗਰ ਪਾਣੀ ਵਾਹਿਗੁਰੂ ਦਾ ਸਿਮਰਨ ਕਰਦਿਆਂ ਤਿਆਰ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਪਰੋਸ ਕੇ ਰੱਖ ਦਿੱਤਾ ਹੈ। ਸਤਿਗੁਰ ਕੋ ਅਚਾਏ ਕਰ ਪੋਸਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਭੋਜਨ ਛਕਿਆ ਹੈ ਬੜੇ ਪਿਆਰ ਦੇ ਨਾਲ। ਜਿਹੜਾ ਗੁਰੂ ਕੇ ਸਿੱਖਾਂ ਨੇ ਮਿਹਨਤ ਕਰਕੇ ਭੋਜਨ ਲਿਆਂਦਾ, ਤਿਆਰ ਕੀਤਾ, ਰਸਦ ਪਾਣੀ ਲਿਆਂਦਾ, ਉਹ ਭੋਜਨ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਛਕਿਆ ਹੈ। ਸਭ ਹੈਣ ਪਾਏ ਆਨੰਦ ਵਛੇਛੂ। ਸਾਰੇ ਗੁਰੂ ਕੇ ਸਿੱਖਾਂ ਨੂੰ ਬੜੀ ਖੁਸ਼ੀ ਹੋਈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਇਹ ਭੋਜਨ ਛਕ ਲਿਆ ਹੈ। ਕਰਤ ਭਏ ਤਿਮਕਾਰ ਹਮੇਸ਼ੂ। ਰੋਜ਼ਾਨਾ ਫਿਰ ਗੁਰੂ ਕੇ ਸਿੱਖ ਇਸੇ ਤਰ੍ਹਾਂ ਕਰਦੇ ਆ। ਬਾਦਸ਼ਾਹ ਦੇ ਕੋਲੋਂ ਜੋ ਵੀ ਰਸਦ ਆਉਂਦੀ ਸੀ ਉਹ ਕੈਦੀਆਂ ਨੂੰ ਵੰਡ ਦਿੰਦੇ ਸਨ ਵੀ ਤੁਸੀਂ ਛਕੋ, ਅਸੀਂ ਉਹਨਾਂ ਦੀ ਰਸੋਈ ਵਿੱਚੋਂ ਨਹੀਂ ਆਪਣੇ ਹੱਥੀਂ ਕਿਰਤ ਕਮਾਈ ਕਰਾਂਗੇ ਅਤੇ ਦਸਾਂ ਨਹੁੰ ਦੀ ਕਿਰਤ ਕਮਾਈ ਦੇ ਵਿੱਚੋਂ ਹੀ ਗੁਰੂ ਕਾ ਲੰਗਰ ਛਕਾਂਗੇ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਨਿੱਤ ਦੀ ਕਿਰਿਆ ਬਣਾ ਦਿੱਤੀ ਹੈ, ਰੋਜ਼ ਦਾ ਇਹ ਕਾਰ ਵਿਹਾਰ ਬਣਾ ਦਿੱਤਾ ਹੈ। ਇਸ ਤੋਂ ਅੱਗੇ ਮਹਾਰਾਜ ਜੀ ਦਾ ਜੋ ਅੱਗੇ ਪ੍ਰਸੰਗ ਚੱਲੇਗਾ ਉਹ ਕੱਲ੍ਹ ਸ਼ਾਮ ਦੇ ਦੀਵਾਨ ਦੇ ਅੰਦਰ ਵਿਚਾਰਿਆ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਸਾਰੀਆਂ ਸੰਗਤਾਂ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ